ਵਾਹਿਗੁਰੂ ਜੀ ਕਾ ਖਾਲਸਾ श्री ਵਾਹਿਗੁਰੂ जी की फतेह। इंडिया तो ਜਿਹੜੀ ਸੰਗਤ ਹੈਗੀ ਉਹ ਪਾਕਿਸਤਾਨ ਦੀ ਧਰਤੀ ਤੇ ਪਹੁੰਚੀ ਹੈ ਤੇ ਉਹ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਨ ਲਈ ਇੱਥੇ ਪਹੁੰਚੀ ਹੋਈ ਹੈ, ਕਿਉਂਕਿ ਜਿਹੜਾ ਖਾਲਸੇ ਦਾ ਜਨਮ ਦਿਹਾੜਾ ਹੈ ਉਹ ਪੰਜਾ ਸਾਹਿਬ ਦੀ ਪਵਿੱਤਰ ਧਰਤੀ ਤੇ ਮਨਾਇਆ ਜਾਣਾਗਾ। ਅਤੇ ਉਸ ਤੋਂ ਪਹਿਲਾਂ ਜਿਹੜੇ ਇੱਥੋਂ ਦੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਵੀ ਕੀਤੇ ਜਾਣਗੇ ਅਤੇ ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਵੀ ਦੇਵਾਂਗੇ। ਅਸੀਂ ਅੱਜ ਪਹੁੰਚਾਂਗੇ ਗੁਰਦੁਆਰਾ ਨਨਕਾਣਾ ਸਾਹਿਬ, ਜਿੱਥੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 1469 ਈਸਵੀ ਵਿੱਚ ਜਨਮ ਹੋਇਆ ਸੀ। ਇਹ ਉਹ ਸਥਾਨ ਹੈਗਾ ਅਤੇ ਇੱਥੇ ਜਿਹੜੀ ਇਹ ਸੰਗਤ ਹੈਗੀ ਇੱਥੇ ਪਹੁੰਚ ਚੁੱਕੀ ਹੈਗੀ। ਇਹ ਇੰਡੀਆ ਕੀ ਪੂਰੇ ਵਰਲਡ ਤੋਂ ਇੱਥੇ ਜਿਹੜੀਆਂ ਸੰਗਤਾਂ ਪਹੁੰਚਦੀਆਂ ਅਤੇ ਇੱਥੇ ਦਰਸ਼ਨ ਦਿਦਾਰੇ ਕਰਦੀਆਂ ਤੇ ਉਸ ਤੋਂ ਬਾਅਦ ਜਿਹੜੇ ਇਹ ਸੰਗਤਾਂ ਸਾਰੀਆਂ ਇਹ ਪੰਜਾ ਸਾਹਿਬ ਜਾਣਗੀਆਂ। ਪਰ ਇੱਥੋਂ ਦਾ ਜਿਹੜਾ ਇਤਿਹਾਸ ਹੈ ਉਹ ਤੁਹਾਨੂੰ ਜਾਣਕਾਰੀ ਦਿੰਦੇ ਕਿ ਸਾਡੇ ਨਾਲ ਸਿੰਘ ਸਾਹਿਬ ਜੁੜੇ ਹੈਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਕੀ ਨਾਮ ਹੈ ਜੀ ਆਪਣਾ? ਗਿਆਨੀ ਬਲਵੰਤ ਸਿੰਘ ਜੀ। ਮੈਂ ਟੀਚਰ ਵੀ ਹਾਂ ਗੁਰਬਾਣੀ ਦਾ, ਔਰ ਜਿੰਨੇ ਬੱਚੇ ਨਨਕਾਣਾ ਸਾਹਿਬ ਦੇ ਵਿੱਚ ਗੁਰਬਾਣੀ ਸਿੱਖਦੇ ਨੇ ਉਹ ਸਾਰੇ ਮੇਰੇ ਕੋਲ ਸਿੱਖਦੇ ਨੇ। ਔਰ ਇਸ ਤੋਂ ਇਲਾਵਾ ਮੇਰੀ ਇੱਕ ਸੰਸਥਾ ਵੀ ਹੈਗੀ ਪਾਕਿਸਤਾਨ ਗੁਰਦਾਮ ਕਾਰ ਸੇਵਾ, ਜਿਹਦੇ ਵਿੱਚ ਕਾਫੀ ਅਸਥਾਨਾਂ ਦਾ ਉਸੇ ਤਰੀਕੇ ਢੰਗ ਨਾਲ ਸੇਵਾਵਾਂ ਕੀਤੀਆਂ ਹਨ ਜਿਸ ਢੰਗ ਦੇ ਵਿੱਚ ਉਹਨਾਂ ਦੇ ਅੰਗ ਸਨ। ਉਹਨਾਂ ਦਾ ਅੰਗ ਕੋਈ ਵੀ ਤੋੜ ਕੇ ਉਹਨਾਂ ਦਰਵਾਜ਼ਾ ਵੀ ਜਿਹੜਾ ਸੀ ਉਹਨਾਂ ਦਰਵਾਜ਼ਿਆਂ ਨੂੰ ਵੀ ਆਪਾਂ ਉਸੇ ਢੰਗ ਦੇ ਵਿੱਚ ਬਣਾਏ ਨੇ। ਉਹਨਾਂ ਦਾ ਲੱਕੜ ਵੀ ਆਪਾਂ ਜ਼ਾਇਆ ਨਹੀਂ ਕੀਤੀ, ਉਸੇ ਲੱਕੜ ਦੇ ਵਿੱਚ ਹੀ ਉਹਨੂੰ ਤਿਆਰ ਕੀਤਾ ਹੈਗਾ। ਸਾਨੂੰ ਜਿਹੜੇ ਨਨਕਾਣਾ ਸਾਹਿਬ ਦਾ ਜੀ ਜਨਮ ਸਥਾਨ ਹੈਗਾ ਬਾਬਾ ਨਾਨਕ ਜੀ ਦਾ, ਉਹਦਾ ਬਾਰੇ ਇਤਿਹਾਸ ਬਾਰੇ ਸਾਰੀ ਜਾਣਕਾਰੀ ਦਿਓ ਜੀ। ਪਿਆਰੀ ਸਾਧ ਸੰਗਤ ਜੀ, ਇਸ ਵੇਲੇ ਅਸੀਂ ਖੜੇ ਹਾਂ ਗੁਰਦੁਆਰਾ ਸੀ ਜਨਮ ਸਥਾਨ ਨਨਕਾਣਾ ਸਾਹਿਬ ਦੇ ਵਿੱਚ, ਜਿੱਥੇ ਗੁਰੂ ਸਾਹਿਬ ਮਹਾਰਾਜ ਜੀ ਦਾ ਜਨਮ ਸਨ 1469 ਦੇ ਵਿੱਚ ਹੋਇਆ। ਇਸ ਇਲਾਕੇ ਦਾ ਪਹਿਲਾ ਨਾਮ ਸੀ ਰਾਏਪੁਰ ਦੀ ਤਲਵੰਡੀ, ਮੌਜੂਦਾ ਸ੍ਰੀ ਨਨਕਾਣਾ ਸਾਹਿਬ। ਤਲਵੰਡੀ ਦੇ ਵਿੱਚ ਨਾਨਕ ਜੀ ਦਾ ਜਿਸ ਵੇਲੇ ਜਨਮ ਹੋਇਆ, ਉਸ ਜਨਮ ਦੇ ਮੌਕੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਚਿਹਰਾ ਵੇਖਣ ਵਾਲੀ ਦੌਲਤਾਂ ਦਾ ਆਈ। ਜਿਵੇਂ ਚਿਹਰਾ ਵੇਖਿਆ ਰੂਹਾਨੀਅਤ 'ਚ ਆਈ, ਸਾਰੇ ਦੁੱਖ ਕਲੇਸ਼ ਬਿਮਾਰੀਆਂ ਸਭ ਖਤਮ ਹੋ ਗਈਆਂ। ਇਸ ਤਰ੍ਹਾਂ ਮਹਿਸੂਸ ਕਰਨ ਲੱਗੇ ਕਿ ਮੇਰਾ ਦੁਬਾਰਾ ਜਨਮ ਹੋਇਆ। ਔਰ ਉਸ ਜਨਮ ਦੇ ਮੌਕੇ ਤੇ ਉਹਨਾਂ ਨੇ ਬੜੇ ਖੁਸ਼ ਹੋ ਕੇ ਜਾ ਕੇ ਮੁਬਾਰਕਾਂ ਦਿੱਤੀਆਂ ਮਹਿਤਾ ਕਲਿਆਣ ਦਾਸ ਜੀ ਨੂੰ ਕਿ ਆਪ ਜੀ ਦੇ ਘਰ ਬੇਟੇ ਦਾ ਜਨਮ ਹੋਇਆ। ਉਹ ਵੀ ਬੜੇ ਖੁਸ਼ ਹੋਏ। 14 ਸਾਲ ਬਾਅਦ ਘਰ ਦੇ ਵਿੱਚ ਬੇਟੇ ਦਾ ਜਨਮ, ਔਰ ਉਹ ਵੀ ਖੁਸ਼ ਹੋ ਕੇ ਆਪਣੇ ਜੇਬ 'ਚੋਂ ਪੈਸੇ ਕੱਢ ਕੇ ਦੇਣ ਨੂੰ ਕਰਦਾ ਹੈਗਾ। ਔਰ ਉਹਨੇ ਪੈਸੇ ਲੈਣ ਤੋਂ ਇਨਕਾਰ ਕੀਤਾ ਕਿ ਮੈਂ ਹੁਣ ਪੈਸੇ ਨਹੀਂ ਲੈਣੇ। ਜੋ ਰੂਹਾਨੀਅਤ, ਜੋ ਸੁੱਖ ਮੈਨੂੰ ਮਿਲਿਆ ਹੈਗਾ, ਮੈਂ ਆਪਣੇ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੀ। ਇਸ ਤਰ੍ਹਾਂ ਕਹਿ ਕੇ ਉਹਨੇ ਇਹ ਛੱਡ ਦਿੱਤਾ। ਗੁਰੂ ਨਾਨਕ ਜੀ ਮਹਾਰਾਜ ਜੀ ਦਾ ਦੂਸਰਾ ਪੜਾਅ ਸੀ ਬਾਲੀਲਾ ਦੇ ਵਿੱਚ ਬੱਚਿਆਂ ਨਾਲ ਜਾਣ ਵੇਲੇ ਬਾਕੀ ਬੱਚੇ ਜਾ ਕੇ ਖੇਲਦੇ ਸਨ, ਨਾਨਕ ਜੀ ਖੇਲਦਾ ਨਹੀਂ ਸੀ। ਇਕਾਂਤ ਵਿੱਚ ਇਕੱਲਾ ਬੈਠ ਕੇ ਬਾਕੀ ਬੱਚਿਆਂ ਦੇ ਮਾਵਾਂ ਨੇ ਇਹ ਸਲਾਹ ਕੀਤੀ ਕਿ ਨਾਨਕ ਜੀ ਜਿਹੜਾ ਖੇਲਦਾ ਨਹੀਂ ਹੈਗਾ, ਇਹ ਬਿਮਾਰ ਰਹਿੰਦਾ ਹੈਗਾ, ਇਹਦੀ ਮਾਂ ਨੂੰ ਜਾ ਕੇ ਦੱਸੀਏ। ਮਾਂ ਦੇ ਕੋਲ ਜਦੋਂ ਆਏ, ਮਾਤਾ ਤ੍ਰਿਪਤਾ ਕੋਲ ਜਾ ਕੇ ਜਦੋਂ ਬੈਠੇ ਤੇ ਗੱਲ ਸੁਣਾ ਰਹੇ ਸਨ ਕਿ ਸਾਡੇ ਬੱਚੇ ਬੜੇ ਹੁਸ਼ਿਆਰ ਨੇ, ਬੜੇ ਖੇਲਦੇ ਨੇ, ਬੜੇ ਖੇਲਾਂ ਦੇ ਵਿੱਚ ਮਸਰੂਫ ਰਹਿੰਦੇ ਨੇ ਔਰ ਅੱਛਾ ਖੇਲ ਖੇਲਦੇ ਨੇ, ਤੁਹਾਡਾ ਬੱਚਾ ਨਾਨਕ ਖੇਲਦਾ ਨਹੀਂ ਹੈਗਾ, ਇਸ ਤਰ੍ਹਾਂ ਇਹ ਲੱਗਦਾ ਬਿਮਾਰ ਹੈ, ਇਹ ਕਿਸੇ ਨੂੰ ਹਕੀਮ ਨੂੰ ਦਿਖਾਓ। ਹਕੀਮ ਨੂੰ ਬੁਲਾਇਆ ਗਿਆ। ਬਾਣੀ ਕਹਿ ਰਹੀ ਨੇ ਵੈਦ ਸੋ ਵੈਦਗੀ ਪਹਿਲਾ ਰੋਗ ਪਛਾਣ, ਐਸਾ ਦਾਰੂ ਲੋੜ ਲਓ ਜਿਤ ਵਨੀਏ ਰੋਗਾ ਕਾਣ। ਇਹੋ ਜਿਹੀ ਦਵਾਈ ਦੇਣੀ ਹੈ ਨਾਨਕ ਜੀ ਨੂੰ ਕਿ ਨਾਨਕ ਜੀ ਦੇ ਰੋਗ ਸਾਰੇ ਠੀਕ ਹੋ ਜਾਣ। ਹਕੀਮ ਅੱਗੇ ਵੱਧ ਕੇ ਨਾਨਕ ਜੀ ਦੀ ਬਾਂਹ ਫੜਦਾ ਹੈਗਾ। ਜਿਵੇਂ ਬਾਂਹ ਫੜਦਾ ਹੈਗਾ, ਨਾਲ ਹੀ ਉਹਦੇ ਆਪਣੇ ਰੋਗ ਜਿਹੜੇ ਨੇ ਬੋਲਣ ਲੱਗ ਪੈਂਦੇ ਨੇ। ਉਹ ਦੱਸਦਾ ਪਿਆ ਕਿ ਮੇਰੇ ਸਰੀਰ 'ਚ ਇੱਥੇ ਰੋਗ ਹੈ, ਇੱਥੇ ਰੋਗ ਹੈ। ਉਹ ਕਹਿੰਦਾ ਨਹੀਂ, ਤੁਸੀਂ ਨਾਨਕ ਜੀ ਦਾ ਦੱਸੋ। ਮਾਤਾ ਤ੍ਰਿਪਤਾ ਜੀ ਕਹਿ ਰਹੀ ਹੈ ਨਹੀਂ, ਕਹਿੰਦਾ ਨਾਨਕ ਜੀ ਠੀਕ ਨੇ, ਮੇਰੇ ਸਰੀਰ 'ਚ ਬੜੇ ਰੋਗ ਨੇ, ਉਹ ਨਾਨਕ ਜੀ ਠੀਕ ਕਰਨ। ਦੂਸਰਾ ਪੜਾਅ। ਤੀਸਰਾ ਪੜਾਅ, ਨਾਨਕ ਜੀ ਨੂੰ ਸਕੂਲ 'ਚ ਦਾਖਲ ਕੀਤਾ। ਉਸ ਸਕੂਲ ਦਾ ਨਾਮ ਸੀ, ਸਕੂਲ ਦੇ ਵਿੱਚ ਜਦੋਂ ਦਾਖਲ ਹੋਇਆ ਤੇ ਉਹਦੇ ਉੱਪਰ ਤਖਤੀ ਦੇ ਉੱਪਰ ਊੜਾ ਲਿਖ ਕੇ ਦਿੱਤਾ ਔਰ ਊੜੇ ਦੇ ਨਾਲ ਊਂਠ ਲਿਖਿਆ। ਊਂਠ ਸਾਫ਼ ਕਰ ਲਿਆ ਉਹਨੇ। ਜਦੋਂ ਊਂਠ ਸਾਫ਼ ਕਰ ਲਿਆ ਤੇ ਉਹਦੇ ਨਾਲ ਲਿਖਿਆ ਊੜਾ ਉਪਮਾ ਤਾਕੀ ਕੀ ਜੈ ਜਾ ਕਾ ਅੰਤ ਨਾ ਪਾਇਆ। ਤੁਸੀਂ ਪਰਮਾਤਮਾ ਦੇ ਨਾਮ ਤੋਂ ਸ਼ੁਰੂਆਤ ਕਰੋ, ਇਹ ਵਧੇਗਾ, ਕਦੇ ਕੱਟੇਗਾ ਨਹੀਂ। ਤੇ 35 ਅੱਖਰ ਸਨ ਔਰ 35 ਅੱਖਰਾਂ ਦੇ ਨਾਲ ਪਰਮਾਤਮਾ ਦੀ ਸਿਫਤ ਔਰ ਸਲਾਹ ਕੀਤੀ। ਉਸ ਸਿਫਤ ਸਲਾਹ ਦੇ ਨਾਲ ਗੁਰੂ ਨਾਨਕ ਜੀ ਮਹਾਰਾਜ ਜੀ ਦੀ ਜਿਹੜੀ ਸੀ ਉਹ ਰਾਗ ਆਸਾ ਦੇ ਵਿੱਚ ਪੱਟੀ ਨਾਮੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਤੀਸਰਾ ਪੜਾਅ ਖਤਮ ਹੋਣ ਤੋਂ ਬਾਅਦ ਇਹਨੂੰ ਗਾਈਆਂ ਮੱਝਾਂ ਚਾਰਨ ਦੀ ਜ਼ਿੰਮੇਵਾਰੀ ਲਾਈ ਗਈ। ਜਿਹੜੇ ਕਰਦੇ ਸਨ ਉਹ ਲੈ ਕੇ ਜਾਂਦੇ ਸਨ। ਗਰਾਊਂਡ ਸੀ, ਇੱਕ ਖੁੱਲਾ ਮੈਦਾਨ ਸੀ, ਉਸ ਦਾ ਨਾਮ ਹੁਣ ਮੌਜੂਦਾ ਹੈ ਮਾਲਜੀ ਸਾਹਿਬ ਗੁਰਦੁਆਰਾ। ਉੱਥੇ ਛੱਡ ਕੇ ਆਪ ਇੱਕ ਦਰਖਤ ਦੇ ਸਾਏ ਥੱਲੇ ਬੈਠ ਜਾਂਦੇ ਸਨ। ਇੱਕ ਦਿਨ ਆਪ ਜੀ ਦੀ ਅੱਖ ਲੱਗੀ, ਸੂਰਜ ਸਵਾਏ ਜਦੋਂ ਚਿਹਰੇ ਤੇ ਆਏ ਤੇ ਕੋਬਰਾ ਸਭ ਨੇ ਆਪ ਜੀ ਦੀ ਚਿਹਰੇ ਮੁਬਾਰਕ ਦੇ ਉੱਪਰ ਛਾਂ ਕੀਤੀ। ਜਦੋਂ ਛਾਂ ਕੀਤੀ ਹੋਈ ਵੇਖ ਕੇ ਗੁਰੂ ਸਾਹਿਬ ਮਹਾਰਾਜ ਜੀ ਦੇ ਉਸ ਵਕਤ ਰਾਏ ਬੁਲਾਰ ਅਹਿਮਦ ਖਾਨ ਬੱਟੀ ਨੇ
ਉਹ ਬੜਾ ਹੈਰਾਨ ਹੋਇਆ ਕਿ ਲੱਗਦਾ, ਔਰ ਡਰ ਵੀ ਗਿਆ ਕਿ ਨਾਨਕ ਜੀ ਕੋਲ ਸੱਪ ਖੜਾ, ਲੱਗਦਾ ਕਿ ਨਾਨਕ ਜੀ ਨੂੰ ਸੱਪ ਲੜ ਚੁੱਕਿਆ ਹੈਗਾ, ਕੋਬਰਾ ਸੱਪ ਹੈ। ਤੇ ਜਦੋਂ ਕੋਲ ਗਏ ਸੱਪ ਚਲਾ ਗਿਆ ਔਰ ਆਪ ਜੀ ਬੈਠ ਗਏ, ਬੜੇ ਖੁਸ਼ ਹੋਏ ਔਰ ਪੂਰੀ ਤਲਵੰਡੀ ਦੇ ਵਿੱਚ ਇਹ ਗੱਲ ਫੈਲੀ। ਅਗਲਾ ਪੜਾਅ ਸੀ ਕਿਆਰਾ ਸਾਹਿਬ। ਗੁਰਦੁਆਰਾ ਜਦੋਂ ਕਿਆਰਾ ਸਾਹਿਬ ਦੇ ਕਿਸਾਨ ਇੱਕ ਆਇਆ ਕਿ ਮੇਰਾ ਬਹੁਤ ਸਾਰਾ ਨੁਕਸਾਨ ਹੋਇਆ, ਖੇਤੀ ਮੇਰੀ ਸਾਰੀ ਉਜੜ ਗਈ ਹੈ, ਗਾਈਆਂ ਮੱਝਾਂ ਚਰ ਕੇ ਖਾ ਗਈਆਂ ਨੇ, ਮੇਰਾ ਨੁਕਸਾਨ ਦੇ, ਮੈਂ ਗਰੀਬ ਹਾਂ। ਸਵੇਰੇ 5 ਲੋਕ ਉੱਤੇ ਚਲੇ ਗਏ। ਜਦੋਂ 5 ਲੋਕ ਜਾ ਕੇ ਉੱਥੇ ਦੇਖਦੇ ਨੇ ਤੇ ਉਹਦੇ 'ਚ ਕੀ ਹੁੰਦਾ ਹੈਗਾ ਕਿ ਉਸ ਸਮੇਂ ਦੇ ਉੱਤੇ ਮੁਤਾਬਕ ਨਾਨਕ ਜੀ ਦੇ ਉਸ ਖੇਤ ਦਾ ਜਿਹੜੇ ਕਹਿ ਰਹੇ ਸਨ, ਉਹ ਖੇਤ ਦੂਸਰੇ ਖੇਤਾਂ ਨਾਲੋਂ ਦੁੱਗਣੀ ਤਿੱਗਣੀ ਸੀ। ਜਦੋਂ 5 ਲੋਕਾਂ ਨੇ ਵੇਖਿਆ, ਇਸ ਕੰਮ ਤੋਂ ਹਟਾ ਕੇ ਨਾਨਕ ਜੀ ਨੂੰ 20 ਪੈਸੇ 20 ਟੱਕੇ, ਕਿਉਂਕਿ ਅੱਜ ਕੱਲ੍ਹ ਪ੍ਰਚਾਰਕ ਇਹਨਾਂ ਚੀਜ਼ਾਂ ਤੇ ਬੜੀ ਬਹਿਸ ਕਰਦੇ, ਤਾਂ ਉਸ ਵਕਤ ਰੁਪਈਏ ਕਿਤੇ ਸੀ, ਉਸ ਵਕਤ ਮੰਮੀ ਡੈਡੀ ਵੀ ਕਿਉਂ ਨਹੀਂ ਸੀ, ਹਾਂ ਕਿਉਂ ਹੁਣ ਮੰਮੀ ਡੈਡੀ ਕਹਿੰਦੇ ਨੇ। ਤੇ ਇਹਨਾਂ ਚੀਜ਼ਾਂ ਤੇ ਲੜਨਾ ਨਹੀਂ ਚਾਹੀਦਾ, ਸਿਰਫ ਸਮਝਾਉਣ ਤੱਕ ਦੀ ਗੱਲ ਹੈ। 20 ਪੈਸੇ ਕੱਲ 20 ਰੁਪਏ ਕੱਲ ਹੈ, ਤੇ ਉसी पैसे करेंसी नहीं क्या कहते हैं ना। तो जो मर्जी अपना नाम इस्तेमाल करी, मम्मी डैडी पापा बाबा जो मर्जी इस्तेमाल, दूध हली मिल्क शुदे पे खीर जो मर्जी इस्तेमाल कर लिए। तो उस समय ਦੇ ਉੱਤੇ ਜਦੋਂ ਦਿੱਤੇ 20 ਪੈਸੇ ਤੇ ਉਹ ਲੈ ਕੇ ਨਾਨਕ ਜੀ ਨੇ ਆਪਣੇ ਅੰਤਰ ਗਿਆਨ ਨਾਲ ਵੇਖਿਆ ਕਿ ਸਾਧੂ ਫਕੀਰ ਲੋਕ ਬੈਠੇ ਨੇ ਚੂਰ ਕਾਣੇ ਦੀ ਟਿੱਬੀ ਦੇ ਉੱਪਰ। ਜਦੋਂ ਉੱਥੇ ਜਾ ਕੇ ਉਹਨਾਂ ਨੂੰ ਵੇਖਿਆ, ਉਹਨਾਂ ਨਾਲ ਬੈਠ ਕੇ ਆਪ ਜੀ ਨੇ ਨਾਮ ਸਿਮਰਨ ਦਾ ਅਭਿਆਸ ਉਹਨਾਂ ਨਾਲ ਕੀਤਾ। ਉਸ 20 ਰੁਪਏ ਦੇ ਨਾਲ ਲੰਗਰ ਸ਼ੁਰੂ ਕੀਤਾ। ਅੱਜ ਦੁਨੀਆ ਭਰ ਦੇ ਵਿੱਚ ਕਿਸੇ ਵੀ ਥਾਂ ਤੇ ਚਲੇ ਜਾਓ, ਆਪ ਜੀ ਨੂੰ ਲੰਗਰ ਜਿਹੜਾ ਉਹ ਫ੍ਰੀ ਮਿਲੇਗਾ। ਔਰ ਲੰਗਰ ਦੇ ਉੱਪਰ ਕੀ ਹੈ, ਇੱਥੇ ਜਾਤ ਨਾ ਪੁੱਛੇ ਕੋਈ, ਕਿਸੇ ਗਰੀਬ ਨੂੰ ਕਿਸੇ ਭੁੱਖੇ ਨੂੰ ਵੀ ਤੁਸੀਂ ਜ਼ਾਤ ਪਾਤ ਪੁੱਛਣੀ ਹੈਗੀ। ਲੰਗਰ ਛਕਦਾ ਹੋਵੇ, ਨਾ ਕਿਸੇ ਦੇ ਬਰਤਨ ਵੱਖਰੇ ਅੱਜ ਤੱਕ ਰੱਖੇ ਗਏ ਹੈ ਤੇ ਨਾ ਹੀ ਕਿਸੇ ਦੀ ਕੌਲੀ ਔਰ ਨਾ ਹੀ ਕਿਸੇ ਦੀ ਚਮਚ। ਇਹ ਗੁਰੂ ਘਰ ਦੀ ਵਡਿਆਈ ਜਦੋਂ ਉੱਥੋਂ ਚਲੀ ਅੱਜ ਤੱਕ ਬੰਦ ਨਹੀਂ ਹੋਈ, ਕਿਉਂਕਿ ਵਹਿਮ ਭਰਮ ਇਹ ਸਾਰਾ ਕੁਝ ਗੁਰੂ ਘਰ ਦੇ ਵਿੱਚੋਂ ਫਾਰਗ ਕੀਤਾ ਗਿਆ। ਉਸ ਤੋਂ ਬਾਅਦ ਨਾਨਕ ਜੀ ਜਦੋਂ ਵਾਪਸ ਆਏ ਤੇ ਦਰਖਤ ਹੈਗਾ ਤੰਬੂ ਸਾਹਿਬ। ਉਹ ਤੰਬੂ ਸਾਹਿਬ ਗੁਰਦੁਆਰੇ ਦਾ ਨਾਮ ਪੈਣ ਵਾਲਾ ਨਾਮ ਵੀ ਉਹ ਦਰਖਤ ਕਰਕੇ ਹੈ, ਕਿਉਂਕਿ ਦਰਖਤ ਅੱਜ ਵੀ ਤੰਬੂ ਵਰਗਾ, ਤੁਸੀਂ ਜਾ ਕੇ ਦਿਖਾ ਸਕਦੇ ਹੋ ਸੰਗਤਾਂ ਨੂੰ, ਉਹ ਅੱਜ ਵੀ ਤੰਬੂ ਵਰਗਾ ਹੀ ਫੈਲਿਆ ਹੈਗਾ। ਇੱਕ ਰਸਤੇ ਤੋਂ ਜਾਓਗੇ, ਉਸੇ ਰਸਤੇ ਤੋਂ ਵਾਪਸ ਆਓਗੇ, ਦੂਸਰਾ ਕਿਸੇ ਪਾਸੋਂ ਰਸਤਾ ਨਹੀਂ ਕਿ ਤੁਸੀਂ ਉੱਥੋਂ ਨਿਕਲ ਜਾ ਸਕੋ। ਤੇ ਉੱਥੇ ਜਦੋਂ ਜਾ ਕੇ ਬੈਠੇ ਨੇ ਤੇ ਉਹਦੇ ਮੁਖ ਦੇ ਉੱਪਰ ਚਪੇੜ ਮਾਰੀ ਗਈ। ਜਦੋਂ ਚਪੇੜ ਮਾਰੀ ਤੇ ਕੀ ਹੋਇਆ ਕਿ ਤੁਸੀਂ ਬਹੁਤ ਸਾਰਾ ਨੁਕਸਾਨ ਕੀਤਾ ਹੋਇਆ। ਤੇ ਉਸ ਤੋਂ ਬਾਅਦ ਬੇਬੇ ਨਾਨਕੀ ਇਹਨੂੰ ਸੁਲਤਾਨਪੁਰ ਲੋਧੀ ਲੈ ਕੇ ਗਏ। ਸੁਲਤਾਨਪੁਰ ਲੋਧੀ ਜਦੋਂ ਲੈ ਕੇ ਗਏ, ਉੱਥੇ ਆਪ ਜੀ ਨੂੰ ਮੋਦੀ ਖਾਨੇ 'ਚ ਨੌਕਰੀ ਦਿੱਤੀ ਗਈ। ਮੋਦੀ ਖਾਨੇ ਦੇ ਮਾਲਕ ਨੇ ਸੋਚਿਆ ਕਿ ਨਾਨਕ ਜੀ ਦਾ ਤੋਕਮਾ ਹੀ ਬੜਾ ਵੱਡਾ, ਜੋ ਮੈਂ ਸੁਣਿਆ ਉਸ ਮੁਤਾਬਕ ਤੇ ਮੇਰਾ ਨੁਕਸਾਨ ਕਰ ਹੀ ਨਹੀਂ ਸਕਦਾ, ਫਾਇਦੇ ਹੀ ਫਾਇਦੇ ਮੇਰੇ ਹੋਣੇ ਨੇ। ਮੇਰਾ ਇਹ ਠੀਕ ਨਹੀਂ ਹੈਗਾ ਕਿਉਂਕਿ ਮੈਂ 4-5 ਦਿਨਾਂ ਵਾਸਤੇ ਘਰ ਚਲਾ ਜਾਵਾਂ। ਉਹ 4-5 ਦਿਨਾਂ ਵਾਸਤੇ ਘਰ ਚਲਾ ਗਿਆ। ਨਾਨਕ ਜੀ ਨੇ ਜਿਸ ਵੇਲੇ ਦੇਖਿਆ ਕਿ ਹੈ ਤੇ ਪਰਮਾਤਮਾ ਸਭ ਕੁਝ ਤੇਰਾ, ਔਰ ਤੇਰੇ ਨਾਮ 'ਚ ਤਾਂ ਬਰਕਤ ਹੀ ਬੜੀ ਹੈ, ਇਹ ਕਦੀ ਖਤਮ ਹੀ ਨਹੀਂ ਹੋ ਸਕਦਾ ਹੈਗਾ। ਤੇਰਾ ਤੇਰਾ ਕਰਕੇ ਤਕਸੀਮ ਕੀਤਾ। ਅੱਜ ਮੇਰਾ ਸਿੱਖ ਕੀ ਕਹਿ ਰਿਹਾ ਪਤਾ, 1-3 ਤੇਰਾ। 1-3 ਤੇਰਾ ਤਾਂ ਹੋ ਹੀ ਨਹੀਂ ਸਕਦਾ ਹੈਗਾ, 1-3 ਤੇਰਾ ਤਾਂ ਹੋ ਨਹੀਂ ਸਕਦਾ। ਅਗਰ ਤੇਰਾ ਹੋ ਸਕਦਾ, ਤੁਸੀਂ ਆਪਣੇ ਅੰਦਰ ਭਾਵਨਾਵਾਂ ਨਾਲ ਕਿਸੇ ਨੂੰ ਦੇ ਦਿਓ ਔਰ ਫਿਰ ਤੁਹਾਡੀ ਯਾਦਾਸ਼ਤ 'ਚ ਆਵੇ ਹੀ ਨਾ। ਅਗਰ ਦੁਬਾਰਾ ਤੁਹਾਡੀ ਯਾਦਾਸ਼ਤ 'ਚ ਉਹ ਚੀਜ਼ ਆ ਗਈ, ਫਿਰ ਤੇਰਾ ਨਹੀਂ ਹੋਇਆ, ਉਹ ਫਿਰ ਮੇਰੇ 'ਚ ਹੀ ਫਸਿਆ ਹੋਇਆ। ਜਦੋਂ ਤੁਹਾਡੇ ਅੰਤਰ ਤੋਂ ਇਹ ਗੱਲ ਆਈ ਕਿ ਬਸ ਦਿੱਤਾ ਜੋ ਦੇਤਾ ਹੋ ਗਿਆ, ਤੇਰੇ ਹੀ ਪਰਮਾਤਮਾ, ਤੇਰੇ ਹੀ ਪਰਮਾਤਮਾ, ਤਾਂ ਗੁਰੂ ਸਾਹਿਬ ਮਹਾਰਾਜ ਜੀ ਨੇ ਇਸ ਤਰੀਕੇ ਨਾਲ ਉਹਨੂੰ ਤਕਸੀਮ ਕੀਤਾ। ਔਰ ਜਦੋਂ ਉੱਥੋਂ ਦੇ ਲੋਕਾਂ ਨੂੰ ਪਤਾ ਲੱਗਾ ਨਾ ਕਿ ਹੁਣ ਗਰੀਬ ਵੀ ਰਜ ਕੇ ਖਾਣ ਲੱਗ ਪਏ, ਤੇ ਉਹਨਾਂ ਨੂੰ ਬੜਾ ਦੁੱਖ ਤਕਲੀਫ ਹੋਇਆ। ਜਾ ਕੇ ਮੋਦੀ ਖਾਨੇ ਦੇ ਕੰਨ ਦੇ ਮਾਰੇ ਦੇ ਕੰਨ ਭਰ ਦਿੱਤੇ ਕਿ ਨਾਨਕ ਜੀ ਨੇ ਤੁਹਾਡਾ ਸਾਰਾ ਕੁਝ ਲੁਟਾ ਦਿੱਤਾ ਹੈਗਾ। ਜਦੋਂ ਲੁੱਟਣ ਦੀ ਗੱਲ ਆ ਗਈ ਤੇ ਉਹ ਮੋਦੀ ਖਾਨ ਦਾ ਮਾਲਕ ਭੱਜ ਆਇਆ ਤੇ ਰਸਤੇ 'ਚ ਪੁੱਛਦਾ ਵੀ ਆ ਇੱਕ ਦੂਜੇ ਨੂੰ ਕਿ ਤੁਸੀਂ ਵੀ ਰਾਸ਼ਨ ਲਿਆ, ਤੁਸੀਂ ਵੀ ਰਾਸ਼ਨ ਲਿਆ? ਹਾਂ ਕਿ ਨਾ ਨਾਨਕ ਜੀ ਨੇ ਸਾਡੇ ਕੋਲ ਪੈਸੇ ਨਹੀਂ। ਉਹ ਹੋਰ ਘਬਰਾ ਗਿਆ ਤੇ ਜਦੋਂ ਪਹੁੰਚਿਆ ਤੇ ਉਹਨੇ ਕਿਹਾ ਗੋਦਾਮ ਦੇ ਦਰਵਾਜ਼ਾ ਖੋਲਿਆ ਤੇ ਉਹਨੂੰ 3 ਗੁਣਾ ਨਜ਼ਰ ਆਇਆ। 1 ਗੁਣਾ ਤੋਂ 3 ਗੁਣਾ ਨਜ਼ਰ ਆਇਆ। ਤੇ ਉਹ ਮੋਦੀ ਖਾਨ ਦੇ ਮਾਲਕ ਨੇ ਵੀ ਕਿਹਾ ਕਿ ਹਾਂਜੀ, ਜਿਸ ਤਰ੍ਹਾਂ ਤੁਸੀਂ ਬਿਹਤਰ ਸਮਝ ਸਕਦੇ ਹੋ, ਤੁਸੀਂ ਇਹਨੂੰ ਇਸ ਤਰੀਕੇ ਨਾਲ ਕਰਨਾ ਹੈਗਾ। ਅੱਜ ਅਸੀਂ ਕਹਿੰਦੇ ਹਾਂ ਕਿ ਸੱਚੇ ਸੌਦੇ ਤੋਂ ਲੰਗਰ ਦੀ ਆਰੰਭਤਾ ਹੋਈ ਹੈ। ਮੈਂ ਇੱਥੇ ਇਹ ਕਹਾਂਗਾ ਕਿ ਸੱਚੇ ਸੌਦੇ ਤੋਂ ਬੇਸ਼ੱਕ ਆਰੰਭਤਾ ਹੋਈ ਹੈ, ਲੇਕਿਨ ਪਾਬੰਦੀ ਵੀ ਕਿੱਥੇ ਹੋਈ ਹੈ ਕਿ ਵਧੇਰੀ ਚੀਜ਼ਾਂ ਲੰਗਰ 'ਚ ਨਾ ਪਕਾਓ। ਅਗਰ ਵਧੇਰੀ ਚੀਜ਼ਾਂ ਖਾਣੀਆਂ ਸਨ ਨਾਨਕ ਜੀ ਨੇ ਤੇ ਮਲਕ ਪਾਗੋ ਦੇ ਘਰ ਠਹਿਰਨਾ ਸੀ। ਉਹਨੇ ਭਾਈ ਲਾਲੂ ਦੇ ਘਰ ਨਹੀਂ ਸੀ ਠਹਿਰਨਾ। ਦਾਲ ਸਬਜ਼ੀ ਚਾਵਲ ਰੋਟੀ ਖਾਣ ਵਾਸਤੇ ਭਾਈ ਲਾਲੂ ਦੇ ਘਰ ਠਹਿਰੇ। ਔਰ ਲੋਕ ਕਹਿੰਦੇ ਨੇ ਕਿ ਭਾਈ ਲਾਲੂ ਬੜਾ ਗਰੀਬ ਸੀ, ਜਿਹਦੇ ਘਰ ਗੁਰੂ ਨਾਨਕ ਪੈਰ ਰੱਖ ਦੇਵੇ ਉਹ ਕਿਤੇ ਗਰੀਬ ਰਹਿ ਗਿਆ। ਨਹੀਂ, ਇਹ ਗਲਤ ਪ੍ਰਚਾਰ ਹੋ ਰਿਹਾ। ਪ੍ਰਚਾਰ ਇਹ ਹੋਣਾ ਚਾਹੀਦਾ ਹੈਗਾ ਕਿ ਜੋ ਹਕੀਕਤ ਹੈ, ਜੋ ਸੱਚ ਹੈ, ਉਹ ਸੱਚ ਇਹ ਹੈ ਕਿ ਉਹਨੇ ਜ਼ਿਆਦਾ ਖਾਣਿਆਂ ਤੋਂ ਇਨਕਾਰ ਕੀਤਾ ਸੀ। ਕਿਉਂਕਿ ਜ਼ਿਆਦਾ ਸੀ, ਦੇਖੋ ਨਾ, ਅਗਰ ਅਸੀਂ 15 ਖਾਣੇ ਤਿਆਰ ਕੀਤੇ, ਅਗਰ ਅਸੀਂ 10 ਗ੍ਰਾਮ ਵੀ ਖਾਵਾਂਗੇ
ਤੇ ਕੀ ਉਹ ਅਸੀਂ ਸਾਰੇ ਜਿੰਨੀ 15 ਲਏ ਆ ਅਸੀਂ ਉਹ ਸਾਰੇ ਖਾ ਪਾਵਾਂਗੇ? ਨਹੀਂ, ਉਹ ਸਾਡੇ ਕੋਲ ਝੂਠੇ ਰਹਿਣਗੇ। 4 ਜਿਹੜੇ ਖਾਣੇ ਨੇ ਆਪਾਂ ਅੱਛੇ ਤਰੀਕੇ ਨਾਲ ਖਾ ਵੀ ਸਕਦੇ ਹਾਂ, ਜਿਹਦੇ ਵਿੱਚ ਬਿਮਾਰੀਆਂ ਵੀ ਹੋ ਨਹੀਂ ਸਕਦੀਆਂ, ਔਰ ਜਿੱਥੇ ਗੈਦਰਿੰਗ ਜ਼ਿਆਦਾ ਹੋਵੇ ਉਹਦੇ 'ਚ ਸਾਨੂੰ ਵਧੇਰੀਆਂ ਚੀਜ਼ਾਂ ਪਕਾਉਣੀਆਂ ਨਹੀਂ ਚਾਹੀਦੀਆਂ, ਖਾਸ ਕਰਕੇ ਲੰਗਰਾਂ ਦੇ ਵਿੱਚ। ਗੁਰੂ ਨਾਨਕ ਦਾ ਸਿਧਾਂਤ ਹੈ, ਗੁਰੂ ਨਾਨਕ ਦਾ ਰਸਤਾ ਹੀ ਹੈ ਕਿ ਲੰਗਰ ਸਭ ਛਕੇ। 100 ਲੋਕਾਂ ਵਾਸਤੇ ਤੁਸੀਂ ਦਾਲ ਸਬਜ਼ੀ ਪਕਾਓ, 200 ਖਾ ਲੈਣਗੇ। ਤੁਸੀਂ 100 ਬੰਦਿਆਂ ਵਾਸਤੇ ਪਕੌੜੇ ਬ੍ਰੈਡ ਪਕਾ ਲਓ ਤੇ 70 ਲੋਕ ਖਾ ਜਾਣਗੇ, 30 ਲੋਕ ਫਿਰ ਵੀ ਰਹਿ ਜਾਣਗੇ। ਤੁਸੀਂ ਇਹ ਕਰਕੇ ਦੇਖ ਲਓ। ਇਸ ਤਰੀਕੇ ਨਾਲ ਗੁਰੂ ਨਾਨਕ ਜੀ ਮਹਾਰਾਜ ਜੀ ਨੇ ਉਹਨੇ ਕਿਹਾ ਸੀ ਕਿ ਗਰੀਬਾਂ ਦੇ ਲੰਗਰ ਵਿੱਚ ਦੁੱਧ ਹੈ ਔਰ ਅਮੀਰ ਦੇ ਲੰਗਰ ਵਿੱਚ ਖੂਨ ਹੈ। ਔਰ ਇਸੇ ਤਰ੍ਹਾਂ ਹੀ ਹੈ ਕਿ ਜਦੋਂ ਮੈਂ ਵਧੇਰੀ ਚੀਜ਼ਾਂ ਕਰਾਂਗਾ, ਖਾਵਾਂਗਾ ਇਸ ਸੰਸਾਰ ਦੇ ਉੱਤੇ, ਤੇ ਮੈਂ ਆਇਆ ਤੇ ਦੂਸਰਿਆਂ ਦੀ ਮਦਦ ਵਾਸਤੇ ਹੈ ਨਾ। ਹੁਣ ਹੱਥ ਚੁੱਕ ਲਏ, ਹੱਥ ਕੀ ਚੁੱਕਿਆ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ। ਹੁਣ ਤੁਸੀਂ ਜੇਬ 'ਚ ਪੈਸੇ ਪਾ ਲਓ ਔਰ ਮਾਰਕੀਟ 'ਚ ਘੁੰਮਦੇ ਰਹੋ, ਤੁਸੀਂ ਪੈਸੇ ਖਰਚ ਹੀ ਨਾ ਕਰੋ, ਖਰੀਦਾਰੀ ਕਰੋ ਹੀ ਨਾ, ਵੇਚੋ ਹੀ ਨਾ, ਤੇ ਫਿਰ ਸ਼ਾਮ ਨੂੰ ਤੁਸੀਂ ਪੈਸੇ ਕਿੰਨੋਂ ਵਧਣਗੇ? ਨਹੀਂ, ਜਦੋਂ ਤੱਕ ਖਰੀਦਾਰੀ ਹੋਏਗੀ ਨਹੀਂ, ਹੋ ਹੀ ਨਹੀਂ ਸਕਦਾ ਹੈਗਾ। ਸਰਬੱਤ ਦਾ ਭਲਾ ਕਹਿਣ ਤੋਂ ਬਾਅਦ ਤੁਸੀਂ ਕਿਸੇ ਨੂੰ ਕਿਹਾ ਵਾਹਿਗੁਰੂ ਤੁਹਾਡਾ ਭਲਾ ਕਰੇ, ਉਹ ਵੀ ਵਿੱਚ ਸ਼ਾਮਲ ਹੈ। ਪੱਥਰ ਰਸਤੇ 'ਚ ਮਿਲਿਆ ਚੁੱਕਿਆ, ਉਹ ਵੀ ਉਹਦੇ 'ਚ ਸ਼ਾਮਲ ਹੈ। ਕਿਸੇ ਬਿਮਾਰ ਦੀ ਖੈਰਦਾਰੀ ਪੁੱਛੀ, ਉਹ ਵੀ ਉਹਦੇ 'ਚ ਸ਼ਾਮਲ ਹੈ। ਮਾਂ ਪਿਓ ਦੇ ਪੈਰਾਂ ਨੂੰ ਤੇਲ ਲਾਇਆ, ਉਹ ਵੀ ਉਹਦੇ 'ਚ ਸ਼ਾਮਲ ਹੈ। ਕਿਸੇ ਵੱਡੀ ਦੀ ਗੱਲ ਮੰਨੀ, ਉਹ ਵੀ ਉਹਦੇ 'ਚ ਸ਼ਾਮਲ ਹੈ। ਮਤਲਬ ਸਰਬੱਤ ਦੇ ਭਲੇ ਦਾ ਇਹ ਮਤਲਬ ਨਹੀਂ ਹੈ ਕਿ ਬਸ ਕਹਿ ਦਿੱਤਾ ਆਪ ਹੀ ਹੋ ਜਾਣਾ, ਆਪ ਹੀ ਨਹੀਂ ਹੋ ਜਾਣਾ। ਸਾਰਾ ਕੁਝ ਤੈਨੂੰ ਕਰਨਾ ਪੈਣਾ ਜੋ ਤੇਰੇ ਅੱਖਾਂ ਦੇ ਸਾਹਮਣੇ। ਹਾਂ, ਹੁਣ ਮੇਰੇ ਸਾਹਮਣੇ ਇੰਡੀਆ ਹੈ, ਮੇਰੇ ਸਾਹਮਣੇ ਅਮਰੀਕਾ, ਮੇਰੇ ਤੋਂ ਦੂਰ ਨਾ, ਮੈਂ ਉਹਨਾਂ ਤੇ ਗੁਨਾਹਗਾਰ ਨਹੀਂ ਹੈਗਾ, ਉਹਨਾਂ ਲੋਕਾਂ ਤੇ ਮੈਂ ਗੁਨਾਹਗਾਰ ਨਹੀਂ। ਲੇਕਿਨ ਹਾਂ, ਮੈਂ ਆਂਢ ਗਵਾਂਢ ਜਿਨ੍ਹਾਂ ਦੇ ਵਿੱਚ ਮੇਰਾ ਟੁਰਨਾ ਫਿਰਨਾ ਹੈਗਾ, ਜਿਸ ਰਸਤੇ 'ਤੇ ਮੇਰਾ ਆਉਣਾ ਜਾਣਾ ਹੈਗਾ, ਉਹ ਰਸਤਾ ਅੱਛਾ ਹੋਣਾ ਚਾਹੀਦਾ ਹੈਗਾ, ਉਸ ਰਸਤੇ 'ਚ ਕਿਸੇ ਨੂੰ ਵੀ ਤਕਲੀਫ ਨਾ ਹੋਵੇ। ਇਹੋ ਜਿਹੀ ਅਵਸਥਾ ਮੇਰੀ ਹੋਵੇ ਤਾਂ ਫਿਰ ਇਹਦਾ ਮਤਲਬ ਇਹ ਹੈਗਾ ਕਿ ਮੈਂ ਜੋ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ, ਫਿਰ ਇਹ ਚੀਜ਼ ਹੁੰਦੀ ਹੈ। ਜਿਵੇਂ ਅੱਜ ਕੱਲ੍ਹ ਹੈਗੇ ਕਈ ਲੋਕ ਹੈਗੇ ਘਰਾਂ 'ਚ ਵੀ ਜਾਏ ਅਖੰਡ ਪਾਠ ਸਾਹਿਬ ਕਰਾਉਂਦੇ ਆ, ਜਾਂ ਪਿੰਡ 'ਚ ਹੁੰਦਾ ਜਾਂ ਹੋਰ ਕਿਤੇ ਹੁੰਦਾ, ਉੱਥੇ ਬਹੁਤ ਕਿਸਮ ਦੇ ਲੰਗਰ ਲਾਉਂਦੇ ਆ ਜੀ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤੇ ਆਪਾਂ ਜਿਹਨੇ ਜਾਨ ਛੁਡਾਣੀ ਹੋਈ ਬਾਣੀ ਪੜ੍ਹਨ ਸੁਣਨ ਤੋਂ, ਉਹ ਫਿਰ ਲੰਗਰਾਂ 'ਤੇ ਹੀ ਜਾਣਗੇ। ਦੇਖੋ, ਆਖਣ ਔਖਾ ਸਾਚਾ ਨਾਉ, ਇਹ ਤਾਂ ਔਖਾ ਕੰਮ ਹੈਗਾ, ਬਾਣੀ ਪੜ੍ਹਨਾ ਔਰ ਬਾਣੀ ਸੁਣਨਾ। ਮੈਂ ਉਹਨਾਂ ਨੂੰ ਪੁੱਛਦਾ ਕਿ ਤੁਸੀਂ 3 ਦਿਨ ਬਾਣੀ ਪੜ੍ਹਨ 'ਤੇ ਲਾਓ ਔਰ 3 ਦਿਨ ਉਸ ਤੋਂ ਬਾਅਦ ਲੰਗਰ 'ਤੇ ਲਾਓ ਨਾ, ਤੁਹਾਨੂੰ ਕਿਹਨੇ ਮਨਾ ਕੀਤਾ ਹੋਇਆ? ਪਹਿਲਾਂ ਤੁਸੀਂ 3 ਦਿਨ ਬਾਣੀ ਸੁਣ ਲਓ, ਗੁਰੂ ਦੀ ਗੱਲ ਸੁਣ ਲਓ, ਉਸ ਤੋਂ ਬਾਅਦ ਤੁਸੀਂ ਲੰਗਰ ਲਾਓ। ਲੇਕਿਨ ਲੰਗਰ ਦੀ ਪ੍ਰਵਾਨਗੀ ਸਿਰਫ ਔਰ ਸਿਰਫ ਹੈ ਦਾਲ ਸਬਜ਼ੀ ਚਾਵਲ ਦੀ। ਇਹ ਜ਼ਿਹਨ 'ਚ ਰੱਖ ਲਓ, ਭਾਈ ਲਾਲੋ ਦੇ ਘਰ ਵਾਲੀ। ਜੇ ਤੁਸੀਂ ਸਮਝੋ ਕਿ ਸੱਚੇ ਸੌਦੇ ਤੋਂ ਆਰਾਮਤਾ ਹੋਈ ਹੈ ਤੇ ਫਿਰ ਲਾਲੋ ਦੇ ਘਰ ਵੀ ਨਾਲ ਜੋੜ ਲਓ। ਫਿਰ ਨਹੀਂ ਤੁਹਾਡਾ ਉਹ ਗੱਲ ਹੈ ਕਿ ਤੁਸੀਂ ਕਹੋਗੇ ਕਿ ਹਾਂ ਫਿਰ ਵੀ ਅਸੀਂ ਵਧੇਰੀ ਚੀਜ਼ਾਂ ਪਕਾ ਕੇ ਤੇ ਕਵਾਂਗੇ। ਨਹੀਂ, ਗੁਰੂ ਨਾਨਕ ਦਾ ਸਿਧਾਂਤ ਨਾਲ ਹੀ ਜੋੜੋ। ਗੁਰੂ ਨਾਨਕ ਦੇ ਘਰ ਦੀ ਗੱਲ ਗੁਰੂ ਨਾਨਕ ਦੇ ਘਰ ਨਾਲ ਹੀ ਜੋੜੋ। ਹਾਂ, ਪਿੰਡਾਂ 'ਚ ਬਹੁਤ ਸਾਰੇ ਪਾਠ ਕਰਾਓ, ਘਰਾਂ 'ਚ ਬਹੁਤ ਸਾਰੇ ਪਾਠ ਕਰਾਓ, ਮੈਂ ਨਹੀਂ ਮਨਾ ਕਰਦਾ ਹੈਗਾ। ਹੁਣ ਮੈਨੂੰ ਕਈ ਵਾਰ ਕਹਿੰਦੇ ਨੇ ਕਿ ਤੁਸੀਂ ਆਣ ਕੇ ਕਹਿੰਦੀ ਕਰ ਸੁਖਮਨੀ ਸਾਹਿਬ ਦਾ ਪਾਠ ਕਰੋ। ਮੈਂ ਸੁਖਮਨੀ ਸਾਹਿਬ ਦੇ ਪਾਠ ਵਾਸਤੇ ਜਾਣ ਵਾਸਤੇ ਤਿਆਰ ਹਾਂ, ਲੇਕਿਨ ਲੰਗਰ ਪਹਿਲੇ ਤੋਂ ਤਿਆਰ ਹੋਵੇ। ਇਹ ਨਾ ਹੋਏ ਕਿ ਮੈਂ ਉੱਥੇ ਜਾਵਾਂ ਤੇ ਬਾਕੀ ਸਾਰਾ ਪਰਿਵਾਰ ਉਹਦੇ 'ਚ ਲੱਗਾ ਹੋਵੇ, ਆਪਣਾ ਖਾਣ ਪਕਾਉਣ 'ਚ ਲੱਗਾ ਹੋਵੇ, ਫਿਰ ਮੈਂ ਨਹੀਂ ਜਾਣਾ ਹੈਗਾ। ਕਿਉਂਕਿ ਮੈਨੂੰ ਕੀ ਲੋੜ ਆ ਉਹਦੇ ਵਾਸਤੇ ਪਾਠ ਕਰਨ ਦਾ? ਅਗਰ ਉਹਨਾਂ ਨੇ ਸੁਣਨਾ ਤਾਂ ਫਾਇਦਾ ਉਹਨਾਂ ਨੂੰ ਹੋਣਾ, ਮੇਰੇ ਫੜਨ ਨਾਲ ਤੇ ਨਹੀਂ ਨਾ ਪੈਦਾ ਹੋਣਾ। ਜਾਂ ਤੇ ਫਿਰ ਮੈਂ ਉਸ ਘਰ ਨੂੰ ਕਹਿਣਾ ਕਿ ਠੀਕ ਹੈ, ਤੁਸੀਂ ਲੰਗਰ ਮੈਨੂੰ ਦੇ ਦਿਓ ਦੁਪਹਿਰ ਦਾ, ਮੈਂ ਖਾ ਲੈਣਾ, ਤੁਸੀਂ ਸਾਰੇ ਨਾ ਖਾਓ। ਅਗਰ ਤੁਹਾਡੇ ਨਾ ਖਾਣ ਨਾਲ ਮੇਰੇ ਖਾਣ ਨਾਲ ਤੁਹਾਡੀ ਭੁੱਖ ਮਿਟਦੀ ਹੈ ਤੇ ਫਿਰ ਸਮਝ ਲਓ ਬਾਣੀ ਦੇ ਵੀ ਤੁਹਾਨੂੰ ਫਾਇਦਾ ਹੈਗਾ। ਅਗਰ ਮੇਰੇ ਖਾਣ ਨਾਲ ਤੁਹਾਡੀ ਭੁੱਖ ਨਹੀਂ ਖਤਮ ਹੁੰਦੀ ਤਾਂ ਮਾਤ ਸਮਝ ਲਓ ਕਿ ਤੁਹਾਨੂੰ ਬਾਣੀ ਦਾ ਵੀ ਫਾਇਦਾ ਕੋਈ ਨਹੀਂ, ਕਿਉਂਕਿ ਸੁਣਿਆ ਨਹੀਂ ਹੈਗਾ। ਤੇ ਮਤਲਬ ਅਸੀਂ ਪਿੰਡਾਂ ਥਾਵਾਂ ਤੇ ਮਨਾ ਨਹੀਂ ਕਰਦੇ, ਕਰੋ, ਲੇਕਿਨ 3 ਦਿਨ ਅਗਰ ਤੁਸੀਂ ਕਰਦੇ ਹੋ ਪਾਠ, ਬਿਲਕੁਲ ਅੱਛੀ ਗੱਲ ਆ, ਕਰੋ, ਲੇਕਿਨ 3 ਦਿਨ ਬਾਅਦ ਲੰਗਰ ਕਰੋ। ਪਤਾ ਲੱਗੇ ਖਾਣ ਪੀਣ ਵਾਲਿਆਂ ਨੂੰ ਵੀ ਔਰ ਕਰਦਿਆਂ ਨੂੰ ਵੀ ਕਿ ਮੈਂ ਆਏ ਗਏ ਦੀ ਸੰਗਤ, ਪਹਿਲਾਂ ਗੁਰੂ ਦੀ ਸੇਵਾ ਫਿਰ ਉਹਦੀ ਸੰਗਤ ਦੀ ਸੇਵਾ, ਤੇ ਫਿਰ ਮਜ਼ਾ ਆਉਂਦਾ ਹੈਗਾ। ਹੁਣ ਅਸੀਂ ਜਾਨ ਛਡਾਉਣ ਦੀ ਖਾਤਰ ਇਹੀ ਕਰਦੇ ਪਏ ਹਾਂ। ਜਿਹਨੇ ਬਾਣੀ ਨਹੀਂ ਪੜ੍ਹਨੀ ਉਹਨੇ ਸਭ ਤੋਂ ਪਹਿਲਾਂ ਉੱਠ ਕੇ ਕੀ ਕਹਿਣਾ, ਗਲਾਸਾਂ ਵੰਡਣੀਆਂ ਸ਼ੁਰੂ ਕਰ ਦੇਣੀਆਂ ਨੇ, ਕਿਉਂਕਿ ਬਾਣੀ ਪੜ੍ਹਨਾ ਹੀ ਔਖਾ, ਬਾਣੀ ਸੁਣਨਾ ਹੀ ਔਖਾ। ਇਹ ਗੁਰੂ ਸਾਹਿਬ ਨੇ ਕਿਹਾ, ਔਰ ਜਿਹਨੇ ਸੁਣ ਲਈ ਔਰ ਜਿਹਨੇ ਮੰਨ ਲਈ ਉਹ ਤਾਂ ਪਰਮਾਤਮਾ ਵਰਗਾ ਹੋ ਗਿਆ, ਉਹਨੂੰ ਤਾਂ ਕੋਈ ਕਮੀ ਨਹੀਂ ਹੈ। ਜਿਵੇਂ ਅੱਜ ਕੱਲ੍ਹ ਦੇ ਲੋਕ ਹੈਗੇ, ਉਹ ਜਿਹੜਾ ਉੱਚਾ ਹੁੰਦਾ ਹੈਗਾ, ਆਪਾਂ ਕਹਿੰਦੇ ਅਮੀਰ ਹੁੰਦਾ, ਉਹਦੇ ਨਾਲ ਦੋਸਤੀ ਰੱਖਦੇ ਜੀ। ਗੁਰੂ ਜੀ ਨੇ ਤਾਂ ਬਾਲੇ ਤੇ ਮਰਦਾਨੇ ਨਾਲ ਦੋਸਤੀ ਰੱਖੀ ਸੀ। ਦੇਖੋ, ਅਮੀਰ ਦੀ ਦੋਸਤੀ, ਗਰੀਬ ਦੀ ਦੋਸਤੀ, ਆਪਾਂ ਇਸ ਨੂੰ ਬਹੁਤ ਚੜਾ ਕੇ ਨਹੀਂ ਕਹਿ ਸਕਦੇ, ਕਿਉਂਕਿ ਕਹਿੰਦੇ ਨੇ ਕਿ ਤੁਧ ਸੰਸਾਰੋਂ ਪਾਇਆ ਸਿਰੇ ਸਿਰ ਤੰਦੇ ਲਾਇਆ। ਹਰ ਇੱਕ ਨੂੰ ਪਰਮਾਤਮਾ ਨੇ ਉਸ ਤੰਦੇ ਤੇ ਲਾਇਆ ਹੈਗਾ। ਲੇਕਿਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜਾ ਸਿਧਾਂਤ ਦਿੱਤਾ ਗਿਆ ਕਿ ਤੁਸੀਂ ਗਰੀਬ ਦੀ ਬਾਂਹ ਫੜੋਗੇ, ਉਹਦੇ ਨਾਲ ਟੁਰੋਗੇ, ਤੇ ਸਮਝੋ ਮੇਰੇ ਨਾਲ ਤੁਸੀਂ ਟੁਰ ਰਹੇ ਹੋ। ਅਗਰ ਤੁਸੀਂ ਕਿਸੇ ਨੂੰ ਸਹਾਰਾ ਦੇ ਰਹੇ ਹੋ, ਤੁਸੀਂ ਉਹਨੂੰ ਨਹੀਂ ਸਹਾਰਾ, ਤੁਸੀਂ ਮੈਨੂੰ ਸਹਾਰਾ ਦੇ ਰਹੇ ਹੋ।
ਠੀਕ ਹੈ ਨਾ। ਤੇ ਅਗਰ ਇਸ ਗੱਲ ਦੇ ਉੱਤੇ ਕੋਈ ਆਵੇਗਾ ਤੇ ਫਿਰ ਜਾ ਕੇ ਹੋਏਗੀ। ਸਭ ਤੋਂ ਪਹਿਲਾਂ ਤਾਂ ਅਸੀਂ ਤੇ ਬਾਣੀ ਪੜ੍ਹਾਉਣ 'ਚੋਂ ਪਿੱਛੇ ਹੋ ਗਏ ਹਾਂ। ਹੁਣ ਸਾਡੇ ਤਕਰੀਬਨ ਅਗਰ 2 ਕਰੋੜ ਦੀ ਆਬਾਦੀ ਹੈ, 2 ਕਰੋੜ ਦੀ ਆਬਾਦੀ, ਮੈਂ ਮਿਸਾਲ ਦੇ ਰਿਹਾ 2 ਲੱਖ ਦੀ ਆਬਾਦੀ, 2 ਲੱਖ 'ਚ ਤਕਰੀਬਨ 1 ਲੱਖ ਤੇ ਗੁਰਬਾਣੀ ਨਹੀਂ ਜਾਣਦੀ, ਗੁਰਮੁਖੀ ਨਹੀਂ ਜਾਣਦੀ, ਤੇ ਫਿਰ ਆਪਾਂ ਗਰੀਬ ਅਮੀਰ ਜਾਂ ਗੁਰੂ ਨਾਨਕ ਦੇ ਰਸਤੇ ਨੂੰ ਕਿਵੇਂ ਫੋਲੋ ਕਰ ਸਕਦੇ ਹੈਗੇ? ਉਹ ਤਾਂ ਬੜਾ ਔਖਾ ਹੋ ਜਾਏਗਾ। ਬੱਚਾ ਅੱਜ ਕਹਿ ਰਿਹਾ ਕੇਸਾਂ ਤੋਂ ਬਗੈਰ। ਹੁਣ ਕੇਸਾਂ ਦੇ ਨਾਲ ਜਿਹੜੀ ਮਤਲਬ ਮੇਰੀ ਪਹਿਚਾਣ ਆ ਕਿਸੇ ਦੇਸ਼ ਵਿਦੇਸ਼ ਕਿਸੇ ਕੰਮ ਦੇ ਵਿੱਚ, ਉਹ ਤਾਂ ਆਮ ਰੂਟੀਨ 'ਚ ਮੈਨੂੰ ਨਹੀਂ ਮਿਲ ਸਕਦੀ। ਜਿਸ ਤਰ੍ਹਾਂ ਪਾਕਿਸਤਾਨ ਦੇ ਕਿਸੇ ਸ਼ਹਿਰ 'ਚ ਤੁਸੀਂ ਚਲੇ ਜਾਓ, ਤੁਹਾਨੂੰ ਇੰਨੀ ਮਾਣ ਕਦਰ ਮਿਲਦੀ ਹੈ ਕਿ ਤੁਸੀਂ ਖੁਦ ਹੈਰਾਨ ਹੋ ਜਾਓਗੇ ਕਿ ਮੈਂ ਕਿਸ ਤਰੀਕੇ ਨਾਲ ਇੱਥੇ ਮਤਲਬ ਫਿਰ ਰਿਹਾ, ਮੈਂ ਤਾਂ ਇੱਕ ਬਾਦਸ਼ਾਹ ਦੀ ਤਰ੍ਹਾਂ ਫਿਰ ਰਿਹਾ ਵਾਂ। ਤੇ ਇਹ ਚੀਜ਼ਾਂ ਮਿਲ ਸਕਦੀਆਂ ਨਹੀਂ। ਮੈਂ ਤੇ ਇਹੀ ਬੇਨਤੀ ਕਰਾਂਗਾ ਕਿ ਅਗਰ ਤੁਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਲੈ ਕੇ ਚੱਲਣਾ ਹੈਗਾ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਪੱਲਾ ਗੱਜ ਕੇ ਬੁਲਾਉਣਾ ਹੈਗਾ, ਤੇ ਫਿਰ ਗੱਜ ਕੇ ਬੁਲਾਉਣਾ ਨਹੀਂ, ਤੇਜ਼ ਬੁਲਾਉਣਾ ਨਹੀਂ ਹੋਣਾ, ਫਿਰ ਹੋਣਾ ਵੀ ਇਸ ਤਰੀਕੇ ਨਾਲ ਕਰਨਾ ਵੀ ਪੈਣਾ। ਕਈ ਵਾਰੀ ਮੇਰੇ ਵਰਗੇ ਲਿਖ ਦਿੰਦੇ ਸਰਦਾਰ ਫਲਾਨਾ ਸਿੰਘ, ਪਰ ਹੁੰਦਾ ਕਲੀਨਸ਼ਿਪ। ਜਿਹੜਾ ਬੋਲਣ ਵਾਲਾ ਕਹਿੰਦਾ ਬਾਊ ਜੀ ਐਂ ਕਰਿਓ, ਜੇ ਦਾੜੀ ਦੇ ਕੇਸ ਦੇਖਦੇ ਹੈਗੇ ਉਹ ਸਰਦਾਰ ਜੀ ਕਹਿ ਕੇ ਬੁਲਾਉਂਦੇ ਆ। ਜਿਸ ਤਰੀਕੇ ਨਾਲ ਕੇਸਾਂ ਦੀ ਬੇਅਦਬੀ ਸ਼ੁਰੂ ਹੋਈ ਆ ਤੇ ਜਾਂ ਕੇਸਾਂ ਦੀ ਬੇਅਦਬੀ ਚੱਲ ਰਹੀ ਆ, ਇਹਦੇ ਪਿੱਛੇ ਬਹੁਤ ਵੱਡਾ ਸਾਡਾ ਮਤਲਬ ਸਾਡੀ ਪਿੱਛੇ ਜਿਹੜੀ ਕੰਮ ਕਰ ਰਹੀ ਹੈ, ਲੋਕ ਜਿਹੜੇ ਸਾਨੂੰ ਇਸ ਪਾਸੇ ਲਾ ਰਹੇ ਨੇ। ਸਾਡੇ ਬੱਚਿਆਂ ਦਾ ਕਈ ਵਾਰ ਕਸੂਰ ਹੈ ਵੀ ਔਰ ਕਈ ਵਾਰ ਕਸੂਰ ਨਹੀਂ ਵੀ ਹੈ। ਉਹਦੀ ਵਜ੍ਹਾ ਇਹ ਆ ਕਿ ਬੱਚੇ ਬਹੁਤ ਸਾਰੇ ਥਾਵਾਂ 'ਤੇ ਮਜਬੂਰ ਕੀਤੇ ਗਏ ਨੇ, ਲੇਕਿਨ ਉਹ ਆਣ ਕੇ ਘਰ ਦੇ ਵਿੱਚ ਆਪਣੀ ਮਾਂ ਪਿਓ ਨੂੰ ਉਹ ਸੱਚਾਈ ਦੱਸ ਨਹੀਂ ਸਕਦਾ ਹੈਗਾ, ਔਰ ਉਹ ਆਪਣੇ ਕਰਮ ਕਾਂਡ ਜਿਹੜਾ ਉਹ ਕਰਕੇ ਘਰ ਦਾਖਲ ਹੋ ਜਾਂਦਾ ਹੈਗਾ। ਮਾਂ ਪਿਓ ਵਾਸਤੇ ਤੇ ਇੱਕ ਕਹਿ ਲਓ ਕਿ ਉਸ ਵਕਤ ਦਾ ਤੇ ਇੱਕ ਜਨਾਜ਼ਾ ਹੀ ਕਹਿ ਲਓ ਕਿ ਇੱਕ ਉੱਠਦਾ ਹੈਗਾ, ਕਿਉਂਕਿ ਸਰੂਪ ਦਾ ਤਾਂ ਹੋ ਗਿਆ ਨਾ ਜਨਾਜ਼ਾ, ਬਾਕੀ ਰਹਿ ਗਈ ਜਿਸਮ। ਤੇ ਉਸ ਸਰੂਪ ਦੇ ਜਨਾਜ਼ੇ ਵਾਸਤੇ ਤੇ ਮਾਂ ਪਿਓ ਬੜੇ ਰੋਂਦੇ ਨੇ, ਤੇ ਔਰ ਕਈ ਮਾਂ ਪਿਓ ਵੀ ਉਹਨਾਂ ਵਰਗੇ ਹੋ ਗਏ ਨੇ। ਲੇਕਿਨ ਜਦੋਂ ਤੱਕ ਪੰਥ ਕੌਮ ਨੂੰ ਆਜ਼ਾਦੀ ਨਹੀਂ ਮਿਲਣੀ ਔਰ ਆਪਣਾ ਦੇਸ਼ ਨਹੀਂ ਹੋਣਾ, ਆਪਣੇ ਦਸਤਾਰ ਦੀ ਮਹਾਨਤਾ ਨਹੀਂ ਕੀਤੀ ਜਾ ਸਕਦੀ, ਤੇ ਉਸ ਦੇ ਪਾਬੰਦੀਆਂ ਲਾਗੂ ਨਹੀਂ ਹੋ ਸਕਦੀਆਂ। ਜਿਸ ਤਰ੍ਹਾਂ ਅਕਾਲੀ ਫੂਲਾ ਸਿੰਘ ਦੇਖੋ ਦਰਬਾਰ ਸਾਹਿਬ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ, ਤੇ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਅਜਿਹੀ ਕੰਮ ਵਾਸਤੇ ਮਤਲਬ ਬੁਲਾਇਆ ਸੀ ਕਿ ਮਤਲਬ ਪ੍ਰੋਗਰਾਮ ਚੱਲ ਰਿਹਾ, ਤੁਸੀਂ ਉਹਦੇ 'ਚ ਆ ਜਾਓ। ਜਦੋਂ ਉੱਥੇ ਗਏ ਤੇ ਉੱਥੇ ਨਾਚ ਗਾਣਾ ਚੱਲ ਰਿਹਾ ਸੀ। ਜਦੋਂ ਨਾਚ ਗਾਣਾ ਉਹਨੇ ਵੇਖਿਆ ਤੇ ਉਹਦੀ ਜਿਹੜੀ ਨੱਚਣ ਵਾਲੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਕੋਲ ਆਈ ਕਿ ਮਹਾਰਾਜਾ ਜਦੋਂ ਹੁਸਨ ਵੰਡਿਆ ਜਾ ਰਿਹਾ ਸੀ ਉਸ ਵਕਤ ਤੁਸੀਂ ਕਿੱਥੇ ਸੀ? ਤੇ ਮਹਾਰਾਜਾ ਨੇ ਸੋਚ ਕੇ ਦੱਸਿਆ ਕਿ ਤੁਸੀਂ ਹੁਸਨ ਦੇ ਲਾਈਨ 'ਚ ਖੜੀ ਸੀ ਤੇ ਮੈਂ ਤਕਦੀਰ ਦੇ ਲਾਈਨ 'ਚ ਖੜਾ ਸੀ ਕਿ ਤੇਰੀ ਵਰਗੀ ਖੜੇ ਨੱਚੇ ਔਰ ਮੈਂ ਉਹਨੂੰ ਵੇਖਾਂ। ਅਕਾਲੀ ਫੂਲਾ ਸਿੰਘ ਤੱਕ ਗੱਲ ਚਲੀ ਗਈ। ਸਵੇਰੇ ਹੀ ਹੁਕਮ ਜਾਰੀ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਫਤਿਹ ਨਹੀਂ ਬੁਲਾਏਗਾ, ਕੋਈ ਸਤਿ ਸ੍ਰੀ ਅਕਾਲ ਨਹੀਂ ਕਹੇਗਾ, ਬੇਸ਼ੱਕ ਬਾਦਸ਼ਾਹ ਰਵੇ, ਅਸੀਂ ਨਹੀਂ ਉਸ ਤੋਂ ਇਨਕਾਰੀ, ਲੇਕਿਨ ਸਾਡੇ ਸਿੱਖਾਂ ਦਾ ਉਹ ਕੁਛ ਨਹੀਂ ਲੱਗਦਾ ਹੈਗਾ। ਫਿਰ ਇਹ ਚਲੇ ਗਏ 3 ਘੰਟੇ 36 ਮਿੰਟ ਦੀ ਸਜ਼ਾ ਕੱਟੀ, ਜਿਹਦੇ ਵਿੱਚ ਉਹਨਾਂ ਨੇ ਬਰਤਨਾਂ ਦੀ ਸੇਵਾ ਵੀ ਕੀਤੀ, ਜਿਹਦੇ 'ਚ ਉਹਨਾਂ ਜੋੜੇ ਦੀ ਸੇਵਾ ਵੀ ਕੀਤੀ, ਜਿਹਦੇ 'ਚ ਬਾਣੀ ਪੜ੍ਹਨ ਦੀ ਸੇਵਾ ਵੀ ਕੀਤੀ, ਫਿਰ ਜਾ ਕੇ ਮਾਫੀ ਹੋਈ। ਉਹ ਇੱਕ ਐਸਾ ਸਮਾਂ ਹੋਵੇ ਤੇ ਫਿਰ ਤੇ ਮੈਂ ਮੰਨ ਸਕਦਾ ਕਿ ਸਾਡੇ ਬੱਚੇ ਇਹ ਪਤਤ ਪਾਉਣੇ ਜਾਂ ਦੂਸਰੇ ਕੰਮਾਂ ਵੱਲ ਨਾ ਜਾ ਸਕਣ। ਔਰ ਸਿੰਘ ਨਾਮ ਰੱਖਣ ਦੇ ਨਾਲ ਇਸ ਵੇਲੇ ਤੇ ਬਹੁਤ ਸਾਰੇ ਗਏ, ਲੇਕਿਨ ਗੁਰੂ ਦਾ ਜਿਹੜਾ ਸਿੰਘ ਹੁੰਦਾ ਉਹਨੂੰ ਸਿੰਘ ਕਹਿਣ ਦੀ ਲੋੜ ਨਹੀਂ, ਉਹਦੀ ਦਸਤਾਰ ਹੀ ਦੱਸ ਦਿੰਦੀ ਹੈ ਕਿ ਇਹ ਸਿੰਘ ਹੈਗਾ। ਜਿਵੇਂ ਆਪਾਂ ਲਾ ਲਈਏ ਵੀ ਇੱਥੇ ਜਦੋਂ ਕੋਈ ਵੀ ਤਿਉਹਾਰ ਹੁੰਦੇ ਹੈਗੇ, ਕੋਈ ਗੁਰਪੁਰਬ ਆਉਂਦੇ ਹੈਗੇ ਜੀ, ਉਦੋਂ ਸਿੱਖ ਸੰਗਤਾਂ ਬਹੁਤ ਆਉਂਦੀਆਂ, ਪੰਜਾਬ ਤੋਂ ਆਉਂਦੀਆਂ, ਹੋਰ ਵੀ ਸਾਰੇ ਆਉਂਦੀਆਂ ਜੀ। ਪਰ ਜਿਹੜੇ ਆਉਂਦੇ ਨਾ ਉਹ 40 ਤੋਂ ਉੱਤੇ ਹੁੰਦੇ, 40-45 ਸਾਲ ਤੋਂ ਉੱਪਰ ਹੁੰਦੇ, ਪਰ ਨੌਜਵਾਨੀ ਬਹੁਤ ਘੱਟ ਆ ਰਹੀ ਹੈ। ਕਿ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ? ਨੌਜਵਾਨ ਇਸ ਵੇਲੇ ਤੇ ਪਹਿਲਾਂ ਤਾਂ ਗੱਲ ਹੈ ਕਿ ਊੜੇ ਤੋਂ ਜੂੜੇ ਤੋਂ ਬਗੈਰ ਹੋ ਚੁੱਕੇ ਨੇ, ਔਰ ਉਹਨਾਂ ਦੇ 'ਚ ਉਹਨਾਂ ਦਾ ਜ਼ਿਆਦਾ ਕਸੂਰ ਨਹੀਂ ਹੈ। ਮਾਂ ਪਿਓ ਨੇ ਊੜਾ ਪੜ੍ਹਾਇਆ ਨਹੀਂ ਤੇ ਜੂੜਾ ਉਹਨਾਂ ਦਾ ਬਣਾਇਆ ਨਹੀਂ, ਠੀਕ ਹੈ। ਫਿਰ ਸਾਨੂੰ ਦੂਸਰੇ ਨੰਬਰ 'ਤੇ ਪਾਕਿਸਤਾਨ ਤੋਂ ਲੋਕਾਂ ਨੇ ਇਹੋ ਜਿਹਾ ਪਾਖੰਡਬਾਜ਼ੀ ਕੀਤੀ ਹੋਈ ਆ ਕਿ ਅਗਰ ਪਾਕਿਸਤਾਨ ਦਾ ਵੀਜ਼ਾ ਤੁਹਾਡੇ ਪਾਸਪੋਰਟ 'ਤੇ ਲੱਗੇਗਾ ਫਿਰ ਤੁਸੀਂ ਵਿਦੇਸ਼ਾਂ 'ਚ ਨਹੀਂ ਜਾ ਸਕਦੇ। ਉਹ ਜਾਓ ਕਮਲਿਓ, ਮੈਂ ਤੇ ਕਮਲਾ ਕਵਾਂਗਾ। ਜਿਹਨੇ ਗੁਰੂ ਨਾਨਕ ਦਾ ਘਰ ਵੇਖਿਆ, ਜਿਹਦੇ ਪਾਸਪੋਰਟ 'ਤੇ ਗੁਰੂ ਨਾਨਕ ਦਾ ਮੋਹਰ ਲੱਗਿਆ, ਉਹਨੂੰ ਕਾਹਦੀਆਂ ਕਮੀਆਂ ਨੇ, ਉਹਨੂੰ ਕਾਹਦੀ ਕਮੀ ਹੈ? ਮੈਂ ਤੇ ਕਵਾਂਗਾ ਹੁਮਾ ਕੇ ਆਓ, ਦਰਸ਼ਨ ਦੀਦਾਰੇ ਕਰੋ। ਜਦੋਂ ਗੁਰੂ ਨਾਨਕ ਦੇ ਕਰੋ ਤੁਹਾਨੂੰ ਕਮੀ ਨਹੀਂ ਨਾ ਆਣੀ, ਕਿਸੇ ਹੋਰ ਪਾਸੇ ਤੁਹਾਨੂੰ ਆ ਹੀ ਨਹੀਂ ਸਕਦੀ ਹੈਗੀ। ਔਰ ਪੂਰੇ ਅਸਥਾਨ ਜਿਹੜੇ ਪਾਕਿਸਤਾਨ 'ਚ ਆਪਾਂ ਉਸ ਵੇਲੇ 1947 'ਚ ਛੱਡ ਕੇ ਗਏ, ਉਹ ਸਾਰੇ ਅਸਥਾਨ ਆਪ ਜੀ ਦੀ ਉਡੀਕ 'ਚ ਨੇ, ਔਰ ਪਾਕਿਸਤਾਨ ਗੌਰਮੈਂਟ ਆਪ ਜੀ ਦੇ ਖੈਰ ਖਵਾਹ 'ਚ ਨੇ। ਕਿਉਂਕਿ ਜਦੋਂ ਵੀ ਆਏ ਨੇ, ਮੈਂ ਪਹਿਲੇ ਹੀ ਗੱਲ ਕਰ ਚੁੱਕਿਆ ਕਿ ਅਕਾਮੋਡੇਸ਼ਨ ਦੀ ਵਜ੍ਹਾ ਤੋਂ, ਕਮਰਿਆਂ ਦੀ ਵਜ੍ਹਾ ਤੋਂ ਆਪਾਂ ਨਾਰਾਜ਼ ਹੋਏ ਹਾਂ। ਗੌਰਮੈਂਟ ਕੋਲੋਂ ਕੋਈ ਨਾਰਾਜ਼ਗੀ ਨਹੀਂ ਹੋਈ,
ਵੱਧ ਤੋਂ ਵੱਧ ਪ੍ਰਸੰਨਤਾ, ਵੱਧ ਤੋਂ ਵੱਧ ਸਭ ਕੁਝ ਕਰਦੇ ਨੇ, ਹਰ ਚੀਜ਼ ਵਾਸਤੇ ਅੱਗੇ ਖੜੇ ਹੁੰਦੇ ਨੇ। ਅੱਜ ਰੋਜ਼ੇ ਨੇ, ਰੋਜ਼ਿਆਂ ਦੇ ਵਿੱਚ ਤੁਸੀਂ ਦੇਖੋ ਸਾਡੇ ਅਫੀਸਰ ਜਿੰਨੀ ਵੀ ਸਾਡੇ ਲਈ, ਚਾਹੇ ਉਹ ਕਿਸੇ ਵੀ ਅਦਾਰੇ ਨਾਲ ਤਲਕ ਰੱਖਦੇ ਨੇ, ਉਹ ਸਾਰੇ ਇਸ ਵੇਲੇ ਆਪ ਜੀ ਦੇ ਸੰਗਤ ਵਾਸਤੇ, ਆਪ ਜੀ ਵਾਸਤੇ ਖੜੇ ਨੇ। ਦੇਸ਼ਾਂ ਵਿਦੇਸ਼ਾਂ ਤੋਂ ਜਿੰਨੇ ਵੀ ਨੌਜਵਾਨ ਬੈਠੇ ਨੇ, ਤੁਸੀਂ ਗੁਰੂ ਨਾਨਕ ਦੇ ਘਰ ਤੋਂ ਨਾ ਕਰ ਰਹੇ ਹੋ, ਪਾਕਿਸਤਾਨ ਤੋਂ ਨਾ ਨਹੀਂ ਕਰ ਰਹੇ ਹੋ, ਤੁਸੀਂ ਆਓ, ਤੁਹਾਡੇ ਪਾਸਪੋਰਟ ਦੀ ਵੀਜ਼ਾ ਲੱਗੇ, ਅੱਗੇ ਸਾਹਮਣਾ ਗੁਰੂ ਨਾਨਕ ਦਾ ਕੰਮ ਆ, ਤੁਹਾਡਾ ਕੰਮ ਨਹੀਂ ਹੈਗਾ। ਗੁਰੂ ਨਾਨਕ ਤੇ ਭਰੋਸਾ ਰੱਖੋ ਔਰ ਹੋਂ ਹਮਾ ਕੇ ਦਰਸ਼ਨ ਜਾਰੀ ਕਰੋ। ਤੁਸੀਂ ਕਹਿ ਗਏ ਵੀ ਅਮਰੀਕਾ ਕੈਨੇਡਾ ਦਾ ਵੀਜ਼ਾ ਨਹੀਂ ਲੱਗਦਾ, ਉਹ ਕਹਿੰਦੇ ਹੈਗੇ ਉਹਨਾਂ ਦਾ ਦੋਸ਼ ਹੈ। ਪਰ ਮੈਂ ਪਿਛਲੇ ਵਾਰੀ ਜਦੋਂ ਇੱਥੇ ਆਇਆਗਾ, ਇੱਕ ਵੀਰ ਨਾਲ ਗੱਲ ਕੀਤੀ, ਉਹ ਕਹਿੰਦਾ ਮੇਰਾ 10 ਵਾਰ ਦਾ ਪਾਕਿਸਤਾਨ ਦਾ ਵੀਜ਼ਾ, ਇਹ ਜਿਹੜਾ ਵੀਜ਼ਾ 10ਵੀਂ ਵਾਰ ਲੱਗਿਆ, ਪਰ 8 ਵਾਰ ਵੀਜ਼ਾ ਲੱਗਿਆ ਸੀਗਾ। ਉਸ ਤੋਂ ਬਾਅਦ ਮੇਰਾ ਕੈਨੇਡਾ ਦਾ ਵੀਜ਼ਾ ਲੱਗਾ, ਉਸ ਤੋਂ ਬਾਅਦ 2 ਵਾਰੀ ਫੇਰ ਵੀ ਆ ਚੁੱਕੇ। ਦੇਖੋ ਜਿੰਨਾ ਤੱਕ ਅੱਜ ਤੱਕ ਜਿੰਨਾ ਤੋਂ ਆਪਾਂ ਸੁਣੀਦਾ ਹੈਗਾ ਉਹ ਇਹੀ ਗੱਲ ਕਰਦੇ ਰਹਿੰਦੇ ਨੇ ਕਿ ਪਾਕਿਸਤਾਨ ਜਾਓਗੇ ਤੇ ਫਿਰ ਤੁਹਾਡੇ ਪਾਸਪੋਰਟ ਤੇ ਵੀਜ਼ਾ ਵਿਦੇਸ਼ਾਂ ਦਾ ਨਹੀਂ ਲੱਗਣਾ ਹੈਗਾ। ਇਹ ਗਲਤ ਫਹਿਮੀ ਪਾਈ ਗਈ ਹੈ, ਕਿਉਂਕਿ ਪਾਕਿਸਤਾਨ ਦੇ ਬਹੁਤ ਸਾਰੇ ਉਸ ਵੀਰ ਦਾ ਵੀਜ਼ਾ 8 ਵਾਰੀ ਵੀਜ਼ਾ ਪਾਕਿਸਤਾਨ ਦਾ ਲੱਗਣ ਤੋਂ ਬਾਅਦ ਕੈਨੇਡਾ ਦਾ ਵੀਜ਼ਾ ਲੱਗਿਆ ਸੀਗਾ। ਹਾਂ ਬਿਲਕੁਲ ਇਸ ਤਰ੍ਹਾਂ ਦੇ ਹੈਗੇ ਨੇ। ਮੈਂ ਕਹਿੰਦਾ ਕਿ ਜਿਹੜਾ ਮਨ ਕਰਕੇ ਆਇਆ ਨਾ, ਉਹਦੇ ਕਿਸੇ ਚੀਜ਼ ਦੀ ਕਮੀ ਨਹੀਂ ਆਈ। ਜਿਹੜਾ ਹੁਣ ਉੱਥੋਂ ਟੁਰੇਗਾ ਔਰ ਅਰਦਾਸ ਕਰੇਗਾ, ਗੁਰੂ ਨਾਨਕ ਮੈਂ ਤੇਰੇ ਘਰ ਆ ਰਿਹਾ, ਗੁਰੂ ਨਾਨਕ ਮੈਨੂੰ ਤੇਰੇ ਘਰ 'ਚ ਕਮਰਾ ਮਿਲੇਗਾ। ਇਹ ਤੇ ਪਹਿਲਾਂ ਹੀ ਦੂਸਰਿਆਂ ਨੂੰ ਫੋਨਾਂ ਖੜਕਾ ਦੇਣੇ ਆ। ਗੁਰੂ ਨਾਨਕ ਸਾਹਿਬ ਨੂੰ ਤਾਂ ਕਿਹਾ ਹੀ ਨਹੀਂ ਹੈਗਾ। ਮਨ ਨੂੰ ਸ਼ਾਂਤ ਕਰਕੇ, ਦੇਖੋ ਨਾ, ਸ਼ਾਂਤੀ ਦੇ ਵਿੱਚ ਸਭ ਕੁਝ ਹੈਗਾ ਨਾ। ਮਨ ਨੂੰ ਸ਼ਾਂਤ ਕਰਕੇ ਆਪਾਂ ਕਹੀਏ ਤੇ ਪ੍ਰਭੂ ਪਰਮਾਤਮਾ ਔਰ ਵਾਹਿਗੁਰੂ ਪਿਤਾ ਕਿਉਂ ਨਹੀਂ ਸੁਣੇਗਾ? ਪਿਤਾ ਤਾਂ ਸੁਣਨ ਵਾਲਾ ਹੈਗਾ। ਉਹ ਤਾਂ ਹਰ ਵੇਲੇ ਸਭ ਥਾਈਂ ਹੋਏ ਸਹਾਇ। ਕਦੀ ਵੀ ਅਸੀਂ ਅਰਦਾਸ ਹੀ ਨਹੀਂ ਕਿਹਾ ਕਿ ਨਹੀਂ, ਸਭ ਥਾਈਂ ਹੋਏ ਸਹਾਇ, ਹਰ ਵਕਤ ਹਰ ਸਮੇਂ ਆਪ ਜੀ ਦੇ ਨਾਲ ਹੈ। ਹੁਣ ਪਾਕਿਸਤਾਨ ਸਰਕਾਰ ਵੱਲੋਂ ਬੜੇ ਪ੍ਰਬੰਧ ਕੀਤੇ ਗਏ, ਦੇਖਿਆ ਵੀ ਡੈਕੋਰੇਸ਼ਨ ਵੀ ਬਹੁਤ ਸੋਹਣੀ ਹੁੰਦੀ ਹੈ, ਹਰੇਕ ਕਿਸੇ ਵੀ ਗੁਰਧਾਮ ਤੇ ਜਾਂਦੇ ਬਹੁਤ ਵਧੀਆ ਹੈਗਾ, ਤੇ ਪ੍ਰਬੰਧ ਵੀ ਪੂਰੇ ਕੀਤੇ ਗਏ। ਕੀ ਕਹਿਣਾ ਚਾਹੋਗੇ ਜੀ ਸਿੱਖ ਸੰਗਤਾਂ ਨੂੰ? ਜਿੰਨੀਆਂ ਵੀ ਸੰਗਤਾਂ ਇਸ ਵੇਲੇ ਨਨਕਾਣਾ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਰਹੇ ਨੇ, ਚਾਹੇ ਉਹ ਲਾਈਟ ਦੇ ਵਿੱਚ ਆ, ਚਾਹੇ ਉਹ ਟੈਂਟਿੰਗ ਬੈਂਟਿੰਗ ਦੇ ਵਿੱਚ ਆ, ਚਾਹੇ ਉਹ ਹੋਰ ਪ੍ਰਬੰਧਕਾਂ ਦੇ ਵਿੱਚ ਆ, ਬਹੁਤ ਸੋਹਣੇ ਢੰਗ ਨਾਲ ਪ੍ਰਬੰਧ ਕਰਦੇ ਨੇ। ਔਰ ਤੁਸੀਂ ਇਸ ਚੈਨਲ ਰਾਹੀਂ ਵੀ ਵੇਖੋਗੇ, ਤੁਸੀਂ ਇੰਟਰਵਿਊ ਵੀ ਸੁਣੋਗੇ, ਸਭ ਕੁਝ ਬਹੁਤ ਸਾਰੇ ਇੰਟਰਵਿਊ ਹੋਰ ਵੀ ਚਲੇ ਗਏ ਨੇ। ਇਹ ਤਾਂ ਇਹ ਨਹੀਂ ਹੈਗਾ, ਬਹੁਤ ਸਾਰੇ ਘੁੰਮ ਫਿਰ ਕੇ ਤੁਹਾਨੂੰ ਦਿਖਾ ਰਹੇ ਨੇ। ਤੇ ਮੈਂ ਇਹੀ ਕਹਾਂਗਾ ਕਿ ਤੁਹਾਡੇ ਵਾਸਤੇ ਹੋ ਰਹੇ ਨੇ, ਤੁਹਾਡੇ ਪਿਤਾ ਦਾ ਘਰ ਤੁਹਾਡੇ ਵਾਸਤੇ ਸਜਾਇਆ ਜਾਂਦਾ ਹੈਗਾ, ਤਾਂ ਤੁਸੀਂ ਆਪਣੇ ਪਿਤਾ ਦੇ ਘਰ ਤੋਂ ਕਿਉਂ ਨਾ ਕਰਦੇ ਹੋ? ਦੇਖੋ ਬਜ਼ੁਰਗ ਸਾਰੇ ਆਉਂਦੇ ਨੇ, ਤੁਸੀਂ ਆਪਣੇ ਪਿਓ ਦੇ ਨਾਲ ਵੀ ਉਹਦਾ ਕੰਧਾ ਬਣ ਕੇ ਨਹੀਂ ਆਉਂਦੇ ਹੈਗੇ ਕਿ ਚਲੋ ਅਸੀਂ ਇਸ ਪਿਓ ਦਾ ਕੰਧਾ ਬਣ ਕੇ, ਪਿਓ ਦਾ ਬਾਜ਼ੂ ਬਣ ਕੇ ਉਹਦੇ ਨਾਲ ਜਾਈਏ, ਉਹਨੂੰ ਅਸੀਂ ਸਹਾਰਾ ਦਈਏ। ਤੇ ਕਈ ਇਸ ਤਰ੍ਹਾਂ ਹੀ ਮਾਂ ਪਿਓ ਨੂੰ ਭੇਜ ਦਿੰਦੇ, ਆਪ ਨਹੀਂ ਆਉਂਦੇ ਕਿ ਨਾ ਫਿਰ ਇਸ ਤਰ੍ਹਾਂ ਹੋ ਜਾਣਾ ਹੈਗਾ। ਨਹੀਂ ਹੁੰਦਾ ਹੈਗਾ ਵੀਰੇ, ਬੇਟਾ ਤੁਸੀਂ ਦਰਸ਼ਨ ਦੀਦਾਰੇ ਕਰੋ। ਜਦੋਂ ਲਿਖੀ ਹੋਈ ਹੋਏਗੀ, ਜਿਸ ਥਾਂ ਤੇ ਤੁਹਾਡੇ ਦਾਣੇ ਨਹੀਂ ਨਾ ਲਿਖੇ ਹੈਗੇ, ਨਖ ਨਤ ਖਸਮ ਹੱਥ ਕਿਰਤ ਤੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚੇ। ਅਗਰ ਵਿਦੇਸ਼ਾਂ ਦੇ ਦਾਣੇ ਖਾਣੇ ਨਹੀਂ ਲਿਖੇ ਨਾ, ਤੇ ਕੋਈ ਨਾ ਕੋਈ ਬਹਾਨਾ ਤਾਂ ਬਣੇ ਗਈ। ਤੁਸੀਂ ਆਓ ਔਰ ਦਰਸ਼ਨ ਦੀਦਾਰੇ ਕਰੋ ਜੀ। ਇਹ ਸਨ ਗਿਆਨੀ ਜੀ, ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਗਈ ਕਿ ਇੱਥੇ ਜਿਹੜੀਆਂ ਸਿੱਖ ਸੰਗਤਾਂ ਆਉਂਦੀਆਂ ਗਈਆਂ ਉਹਨਾਂ ਵਾਸਤੇ ਸਾਰੇ ਪ੍ਰਬੰਧ ਕੀਤੇ ਗਏ ਹੈਗੇ, ਅਤੇ ਜਿਹੜੀ ਹੋਰ ਵੀ ਜਾਣਕਾਰੀ ਦਿੱਤੀ ਗਈ, ਬਹੁਤ ਵਧੀਆ ਸਿੱਖਿਆ ਦਿੱਤੀ ਗਈ ਹੈਗੀ ਕਿ ਭਾਵੇਂ ਇੱਥੇ 10 ਵਾਰੀ ਵੀਜ਼ਾ ਲੱਗ ਜੇ, ਪਰ ਜਦੋਂ ਪਰਮਾਤਮਾ ਦੀ ਕਿਰਪਾ ਹੋ ਗਈ, ਗੁਰੂ ਨਾਨਕ ਦੇਵ ਦੀ ਕਿਰਪਾ ਹੋ ਗਈ, ਉਹਦਾ ਅਮਰੀਕਾ ਕੈਨੇਡਾ ਕੀ ਉਹਦਾ ਜਿੱਥੋਂ ਦਾ ਮਰਜ਼ੀ ਉਹੀ ਕੰਮ ਬਣਦੇ ਹੈਗੇ। ਪਰ ਨੇਚਾ ਹੋਣੀ ਚਾਹੀਦੀ, ਆਪਾਂ ਨੇਚਾ ਨਾਲ ਨਹੀਂ ਆਉਂਦੇ, ਨੇਚਾ ਕਰਕੇ ਆਓ ਤਾਂ ਸਾਰੀਆਂ ਸੰਗਤਾਂ ਦੇ ਜਿਹੜਾ ਵੀ ਮਨੋਕਾਮਨਾ ਉਹ ਪੂਰੀ ਜ਼ਰੂਰ ਹੁੰਦੀ ਹੈ। ਤੇ ਹੋਰ ਵੀ ਦਿਖਾ ਦਿੱਤਾ ਕਿ ਜਿਹੜੀ ਪੰਜਾਬ ਸਰਕਾਰ, ਆਪਣੇ ਪਾਕਿਸਤਾਨ ਸਰਕਾਰ ਵੱਲੋਂ ਇਹ ਸਾਰੇ ਪ੍ਰਬੰਧ ਕੀਤੇ ਗਏ। ਤੁਸੀਂ ਦੇਖ ਰਹੇ ਹੋ ਵੀ ਕਿਸ ਤਰ੍ਹਾਂ ਦੀ ਡੈਕੋਰੇਸ਼ਨ ਹੈਗੀ, ਬਹੁਤ ਪਿਆਰੇ ਇੱਥੇ ਦ੍ਰਿਸ਼ ਹੈਗੇ। ਇਹ ਹੈਗਾ ਜਨਮ ਸਥਾਨ ਗੁਰਦੁਆਰਾ ਨਨਕਾਣਾ ਸਾਹਿਬ। ਇੱਥੇ ਆ ਜਿਹੜੀ ਪੰਜਾਬ ਤੋਂ ਸੰਗਤ ਆਈ ਹੈਗੀ, ਉਹ ਵੀ ਤੁਹਾਡੇ ਸਾਹਮਣੇ ਮੌਜੂਦ ਹੈਗੀ, ਤੁਸੀਂ ਦੇਖ ਰਹੇ ਹੋਗੇ। ਅਤੇ ਲਗਾਤਾਰ ਇਸ ਤਰ੍ਹਾਂ ਜਿਹੜੀਆਂ ਸੰਗਤਾਂ ਇੱਥੇ ਆਉਂਦੀਆਂ ਰਹਿੰਦੀਆਂ। ਤੇ ਅੱਜ ਇਹ ਨਨਕਾਣਾ ਸਾਹਿਬ ਹੈਗੇ, ਤੇ ਉਸ ਤੋਂ ਬਾਅਦ ਵਿਸਾਖੀ ਦਿਹਾੜਾ ਜਿਹੜਾ ਪੰਜਾ ਸਾਹਿਬ ਮਨਾਉਣ ਲਈ ਜਥਾ ਇੱਥੋਂ ਰਵਾਨਾ ਹੋਵੇਗਾ। ਅਤੇ ਅਜੀਤ ਟੀਵੀ ਦੀ ਟੀਮ ਤੁਹਾਨੂੰ ਲਗਾਤਾਰ ਜਿਹੜੇ ਇਹਨਾਂ ਦੇ ਦਰਸ਼ਨ ਕਰਾਉਂਦੀ ਰਹੇਗੀ ਅਤੇ ਇਹਨਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੀ ਰਹੇਗੀ। ਪਾਕਿਸਤਾਨ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ।